मनहों जे अंधे कूप ਕਹਿਆ ਬਿਰਦ ਨਾ ਜਾਣਨੀ। ਜਿਹੜੇ ਮਨ ਦੇ ਅੰਧੇ ਹਨ ਉਹ ਜਾਣਦੇ ਨਹੀਂ ਹਨ ਜੋ ਕਹਿ ਰਹੇ ਹਨ, ਤੇ ਉਹ ਆਪ ਤੇ ਡਿੱਗਣਗੇ ਖੂਹ ਦੇ ਵਿੱਚ। ਹੋਰ ਵੀ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਡੁੱਬਣਗੇ। ਉਹਨਾਂ ਹੀ ਬਾਬਤ ਕਿਹਾ ਹੈ ਨਾ, ਆਪ ਡੁੱਬੇ ਚਾਹ ਬੇਦ ਮੇ ਚੇਲੇ ਦੀਏ ਬਹਾਏ, ਵੇਦ ਪੜ੍ਹੇ ਪੜ੍ਹ ਪੰਡਿਤ ਮੂਹ। ਵੇਦ ਦਾ ਅਰਥ ਹੁੰਦਾ ਗਿਆਨ, ਤੇ ਜਿਨ੍ਹਾਂ ਨੂੰ ਅੱਖਰੀ ਗਿਆਨ ਹੈ ਬਹੁਤ, ਤੇ ਉਹ ਦੂਸਰਿਆਂ ਨੂੰ ਸਮਝਾ ਰਹੇ ਹਨ। ਉਹਦੇ ਬਾਬਤ ਸਮਝਾ ਰਹੇ ਹਨ ਜਿਹਦੇ ਬਾਬਤ ਜਾਣਦੇ ਨਹੀਂ ਹਨ। ਸਿਰਫ ਪੜ੍ਹ ਪੜ੍ਹ ਕੇ ਹੀ ਉਹਦੇ ਬਾਬਤ ਸਮਝਿਆ ਹੈ। ਪਰਮਾਤਮਾ ਦੇ ਬਾਬਤ, ਪਰਮਾਤਮਾ ਦੀ ਜਾਣਕਾਰੀ ਪੜ੍ਹ ਪੜ੍ਹ ਕੇ, ਸੁਣ ਸੁਣ ਕੇ, ਵਿਚਾਰ ਵਿਚਾਰ ਕੇ ਸਮਝ ਲਈ, ਤੋ ਦੂਸਰਿਆਂ ਨੂੰ ਸਮਝਾ ਰਹੇ ਹਨ। ਤੇ ਸਮਝਾਉਂਦੇ ਬਹੁਤ ਤਰੀਕੇ ਨਾਲ ਹਨ, ਤੇ ਸੁਣਨ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਦਾ, ਕਿਉਂਕਿ ਪਰਮਾਤਮਾ ਦਾ ਮਾਰਗ ਅਦ੍ਰਿਸ਼ਟ ਦਾ ਮਾਰਗ ਹੈ। ਤੇ ਇਸ ਕਾਰਨ ਸੁਣਨ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਦਾ ਹੈ ਵੀ ਜਿਹੜਾ ਕਹਿਣ ਵਾਲਾ ਇਹ ਜਾਣਦਾ ਹੈ ਕਿ ਨਹੀਂ, ਕਿਉਂਕਿ ਉਹ ਵੀ ਸੁੱਤੇ ਹੋਏ ਹਨ, ਤੇ ਜਿਹੜਾ ਕਹਿਣ ਵਾਲਾ ਹੈ ਉਹ ਵੀ ਸੁੱਤਾ ਹੋਇਆ ਹੈ। ਮਨ ਕਾ ਅੰਧਾ। ਤੇ ਪਤਾ ਨਹੀਂ ਲੱਗਦਾ ਹੈ। ਖਿਆਲ ਵਿੱਚ ਰੱਖੋ, ਕੋਈ ਅੱਖਾਂ ਦਾ ਅੰਨਾ ਹੋਵੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਅੰਨਾ ਹੈ। ਜਿਵੇਂ ਪਹਿਲੇ ਦਰਜੇ ਦੇ ਲੋਕ ਹਨ, ਅਸਲ ਖਰ ਬਿਨ ਗੁਣ ਗਰਭ ਕਰੰਤ, ਬਿਨਾਂ ਗੁਣਾਂ ਤੋਂ ਗਰਭ ਕਰਦੇ ਹਨ, ਤੁਹਾਨੂੰ ਪਤਾ ਲੱਗ ਜਾਂਦਾ। ਪਰ ਜਿਹੜੇ ਇਹ ਗੁਣੀ ਲੋਕ ਹਨ, ਇਹ ਗਰਭ ਕਰ ਰਹੇ ਹਨ, ਇਹ ਹੰਕਾਰੀ ਹਨ, ਇਹ ਸੁੱਤੇ ਹੋਏ ਹਨ, ਇਹਨਾਂ ਦਾ ਤੁਹਾਨੂੰ ਪਤਾ ਨਹੀਂ ਲੱਗਦਾ। ਅਕਸਰ ਲੋਕ ਬਾਹਰੋਂ ਪ੍ਰਭਾਵਿਤ ਹੋ ਜਾਂਦੇ, ਬਹੁਤ ਵਧੀਆ ਕਥਾ ਕਰਦੇ। ਦੇਖੋ, ਇੱਕ ਇੱਕ ਅੱਖਰ ਦੇ, ਇੱਕ ਇੱਕ ਸ਼ਬਦ ਪੂਰੀ ਵਿਚਾਰ, ਪੂਰੇ ਢੰਗ ਦੇ ਨਾਲ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ। ਕਿੱਡੀ ਸੋਹਣੀ ਕਥਾ ਕਰਦੇ, ਤੇ ਕਥਾ ਤੋਂ ਲੋਕ ਪ੍ਰਭਾਵਿਤ ਹੁੰਦੇ ਹਨ। ਪਰ ਖਿਆਲ ਵਿੱਚ ਰੱਖਿਓ, ਅਗਰ ਕਰਨ ਵਾਲਾ ਸੁੱਤਾ ਹੋਇਆ ਹੈ, ਮਨ ਕੇ ਅੰਧੇ ਕਿਹਨੂੰ ਕਿਹਾ ਹੈ, ਪਹਿਲਾਂ ਇਹ ਖਿਆਲ ਵਿੱਚ ਲਓ। ਇੱਕ ਘਟਨਾ ਦੁਬਾਰਾ ਸਮਝੋ। ਬਹੁਤ ਸਮਾਂ ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਬਾਹਰ ਇੱਕ ਦੋ ਸਾਧੂ ਹੋਰ ਸਨ ਮੇਰੇ ਨਾਲ। ਪਾਰਕ ਵਿੱਚ ਬੈਠੇ ਸੀ, ਸ਼ਾਮ ਦਾ ਵਕਤ। ਤੇ ਦੀਵਾਲੀ ਤੋਂ ਇੱਕ ਦੋ ਦਿਨ ਪਹਿਲਾਂ ਦੀ ਘਟਨਾ ਹੈ। ਉਸ ਸਮੇਂ ਮਸਕੀਨ ਜੀ ਕਥਾ ਕਰਿਆ ਕਰਦੇ ਸਨ। ਤੇ ਇੱਕ ਸਾਧੂ ਤੁਰਿਆ ਆਵੇ ਵਾਪਸ, ਤੇ ਮੈਂ ਉਹਨੂੰ ਪੁੱਛ ਲਿਆ ਵੀ ਗਿਆਨੀ ਸੰਤ ਸਿੰਘ ਮਸਕੀਨ ਜੀ ਕਥਾ ਕਰ ਰਹੇ ਹਨ, ਤੁਸੀਂ ਸੁਣੇ ਹੀ ਨਹੀਂ। ਤੋ ਇੱਕਦਮ ਕਹਿੰਦਾ, ਜੇ ਅਨੁਭਵ ਕੀ ਬਾतें नहीं, ये तो अपने सिद्धांत पर बोल रहे हैं।
ਮੈਨੂੰ ਉਦੋਂ ਗੱਲ ਖਿਆਲ ਵਿੱਚ ਆਈ ਵੀ ਅਨੁਭਵ ਤੋਂ ਬਗੈਰ ਵੀ ਬੋਲਿਆ ਜਾ ਸਕਦਾ ਹੈ। ਫਿਰ ਧੀਰੇ ਧੀਰੇ ਪਤਾ ਲੱਗਾ ਵੀ ਸਾਰੇ ਹੀ ਪ੍ਰਚਾਰਕ ਅਨੁਭਵ ਤੋਂ ਬਗੈਰ ਹੀ ਬੋਲ ਰਹੇ ਆ, ਕਿਉਂਕਿ ਜਿਹਨੂੰ ਅਨੁਭਵ ਹੋਵੇਗਾ ਨਾ ਉਹ ਕਿਸੇ ਸਿਧਾਂਤ ਤੇ ਨਹੀਂ ਬੋਲੇਗਾ। ਜਿਹੜਾ ਜਾਗਰਤ ਹੋਵੇਗਾ, ਜਾਗ ਗਿਆ, ਉਹ ਕਿਸੇ ਸਿਧਾਂਤ ਨੂੰ ਲੈ ਕੇ ਥੋੜ੍ਹੀ ਚੱਲਦਾ ਹੈ। ਖਿਆਲ ਵਿੱਚ ਰੱਖੋ, ਜਿਹੜਾ ਸੁੱਤਾ ਹੋਇਆ ਹੈ ਉਹ ਕਿਸੇ ਸਿਧਾਂਤ ਨੂੰ ਲੈ ਕੇ ਚੱਲਦਾ ਹੈ, ਉਹਦੇ ਹਿਸਾਬ ਨਾਲ ਬੋਲਦਾ। ਹੁਣ ਸੰਤ ਸਿੰਘ ਮਸਕੀਨ ਜੀ ਸਿੱਖੀ ਦੇ ਸਿਧਾਂਤ ਨੂੰ ਲੈ ਕੇ ਬੋਲ ਰਹੇ ਸਨ, ਐਸਾ ਨਹੀਂ ਗਲਤ ਬੋਲ ਰਹੇ ਸਨ, ਸਿੱਖੀ ਸਿਧਾਂਤ ਦੇ ਮੁਤਾਬਕ ਬਿਲਕੁਲ ਠੀਕ ਬੋਲ ਰਹੇ ਸਨ। ਬਹੁਤ ਸੋਹਣਾ ਉਹਨਾਂ ਨੇ ਬੋਲਿਆ ਹੈ, ਬਹੁਤ ਵਧੀਆ ਕਥਾ ਕੀਤੀ, ਪਰ ਉਹ ਕਰ ਰਹੇ ਹਨ ਕਥਾ ਸਿੱਖੀ ਸਿਧਾਂਤ ਦੇ ਮੁਤਾਬਕ। ਤੇ ਜਿਹੜੇ ਸੁੱਤਾ ਹੋਇਆ ਹੈ ਮਨੁੱਖ, ਉਹ ਕਿਸੇ ਸਿਧਾਂਤ ਨੂੰ ਪਕੜ ਲੈਂਦਾ ਹੈ। ਕੋਈ ਸਿੱਖੀ ਦੇ ਸਿਧਾਂਤ ਨੂੰ ਪਕੜ ਲੈਂਦਾ ਹੈ, ਕੋਈ ਹਿੰਦੂ ਦੇ ਸਿਧਾਂਤ ਨੂੰ ਪਕੜ ਲੈਂਦਾ, ਕੋਈ ਇਸਲਾਮ ਦੇ, ਹੋਰ ਬਹੁਤ ਤਰ੍ਹਾਂ ਤਰ੍ਹਾਂ ਦੇ ਸਿਧਾਂਤ ਲੋਕਾਂ ਨੇ ਪਕੜੇ ਹੋਏ ਹਨ। ਕੋਈ ਧਿਆਨ ਦੇ ਸਿਧਾਂਤ ਨੂੰ ਪਕੜ ਲੈਂਦਾ ਹੈ, ਉਹਨੂੰ ਧਿਆਨ ਹੀ ਚੰਗਾ ਲੱਗਦਾ ਹੈ, ਉਸੇ ਪੱਖ ਦੀ ਉਹ ਵਿਚਾਰ ਕਰਦਾ, ਉਸੇ ਪੱਖ ਬਾਰੇ ਸਮਝਾਈ ਜਾਂਦਾ। ਕੋਈ ਸ਼ਿਵ ਸ਼ਕਤੀ ਬਾਰੇ ਸਮਝਾਈ ਜਾਂਦਾ, ਉਹਨੇ ਸਿਧਾਂਤ ਫੜ ਲਿਆ। ਕੋਈ ਜਿਵੇਂ ਆਹ ਵਿਪਸਨਾ ਦਾ ਸਿਧਾਂਤ ਫੜ ਲਿਆ, ਉਸੇ ਸਿਧਾਂਤ ਦੇ ਮੁਤਾਬਕ ਹੀ ਸਮਝਾਈ ਜਾਣਗੇ। ਤੇ ਕੋਈ ਧਿਆਨ ਦਾ ਸਿਧਾਂਤ ਸਮਝ ਲੈਂਦਾ ਹੈ, ਤਾਂ ਦੂਸਰਿਆਂ ਨੂੰ ਧਿਆਨ ਦੇ ਸਿਧਾਂਤ ਬਾਰੇ ਹੀ ਬਸ ਧਿਆਨ ਹੀ ਕਰਨਾ ਹੈ, ਉਸ ਪੱਖਵਾਸ ਲਈ ਸਮਝਾਉਂਦਾ ਹੈ। ਤੇ ਜਿਹੜਾ ਜਾਗਦਾ ਨਹੀਂ ਹੈ, ਸੁੱਤਾ ਹੋਇਆ, ਉਹ ਇੱਕ ਸਿਧਾਂਤ ਨੂੰ ਪਕੜ ਲੈਂਦਾ ਹੈ, ਤੇ ਉਹ ਸਿਧਾਂਤ ਦੇ ਨਾਲ ਲੋਕਾਂ ਨੂੰ ਜੋੜਦਾ ਹੈ, ਉਹਦੇ ਮੁਤਾਬਕ ਹੀ ਬੋਲਦਾ ਹੈ। ਤੇ ਜਿਹੜਾ ਜਾਗਰਤ ਹੈ, ਉਹਦਾ ਕੋਈ ਸਿਧਾਂਤ ਨਹੀਂ ਹੁੰਦਾ ਹੈ, ਉਹ ਕਿਸੇ ਸਿਧਾਂਤ ਨੂੰ ਸਪਸ਼ਟ ਕਰਨ ਵਾਸਤੇ ਨਹੀਂ ਬੋਲਦਾ ਹੈ। ਇਸੇ ਕਾਰਨ ਉਹਨੂੰ ਸੁਣਨਾ ਕਠਿਨ ਹੈ। ਖਿਆਲ ਵਿੱਚ ਰੱਖੋ। ਕਿਉਂਕਿ ਉਹ ਸਾਹਮਣੇ ਦੇਖ ਕੇ ਬੋਲ ਰਿਹਾ ਹੈ, ਉਹ ਪੁਰਾਣੇ ਸਿਧਾਂਤਾਂ ਨੂੰ ਖਿਆਲ ਵਿੱਚ ਰੱਖ ਕੇ ਨਹੀਂ ਬੋਲਦਾ ਹੈ। ਉਹ ਸੁੱਤਾ ਹੋਇਆ ਨਹੀਂ ਹੈ। ਜਿਹੜਾ ਜਾਗਰਤ ਹੈ ਉਹ ਦੇਖ ਕੇ ਬੋਲਦਾ ਹੈ, ਇਸ ਕਰਕੇ ਉਹਦਾ ਕੋਈ ਸਿਧਾਂਤ ਨਹੀਂ ਹੁੰਦਾ ਹੈ। ਉਹਨੇ ਤੈਅ ਥੋੜ੍ਹੀ ਕੀਤਾ ਹੈ ਵੀ ਇਹ ਸਿਧਾਂਤ ਨੂੰ ਲੈ ਕੇ ਹੀ ਬੋਲਣਾ। ਉਹ ਤਾਂ ਜਾਗਦਾ ਹੈ, ਅਤੇ ਜਾਗਦਾ ਹੋਇਆ ਮਨੁੱਖ ਦੇਖਦਾ ਹੈ ਵੀ ਕਿਵੇਂ ਕਿਵੇਂ ਲੋਕ ਸੁੱਤੇ ਹੋਏ ਹਨ, ਤਾਂ ਉਹਨਾਂ ਸਾਰਿਆਂ ਨੂੰ ਹੀ ਜਗਾਉਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਉਹ ਸਾਰਿਆਂ ਵਾਸਤੇ ਹੀ ਉਪਦੇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ, ਅਤੇ ਕਿਸੇ ਸਿਧਾਂਤ ਦੇ ਨਾਲ ਨਹੀਂ ਜੋੜਦਾ ਹੈ। ਅਤੇ ਸਿਧਾਂਤ ਦੇ ਨਾਲ ਉਹ ਜੋੜਦਾ ਹੈ ਜਿਹੜਾ ਮੋਹ ਕਰ ਰਿਹਾ ਹੈ ਸਿਧਾਂਤ ਨਾਲ। ਜਿਵੇਂ ਕਿਹਾ ਹੈ ਨਾ, ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਮੋਹ ਪਿਆਰ, ਹੁਣ ਸੰਸਾਰ ਦੇ ਮੋਹ ਪਿਆਰ ਵਿੱਚ ਸੁੱਤੇ ਹਨ ਲੋਕ, ਉਹ ਤੁਹਾਨੂੰ ਦਿਖਦੇ ਹਨ। ਕੋਈ ਪਰਿਵਾਰ ਦਾ ਮੋਹ ਪਿਆਰ ਦੇ ਵਿੱਚ ਸੁੱਤਾ ਹੋਇਆ ਹੈ, ਉਹ ਸੋਚੀ ਜਾ ਰਿਹਾ ਹੈ ਪਰਿਵਾਰ ਬਾਰੇ। ਤੁਸੀਂ ਕਹਿੰਦੇ ਪਰਿਵਾਰ ਦੇ ਮੋਹ ਪਿਆਰ ਵਿੱਚ ਸੁੱਚਾ, ਬੱਚਿਆਂ ਬਾਰੇ ਸੋਚੀ ਜਾਂਦਾ, ਕੋਈ ਘਰ ਬਾਰੇ ਸੋਚੀ ਜਾਂਦਾ, ਕੋਈ ਕਾਰੋਬਾਰਾਂ ਬਾਰੇ ਸੋਚੀ ਜਾਂਦਾ, ਕੋਈ ਧਨ ਬਾਰੇ ਸੋਚੀ ਜਾਂਦਾ। ਤੁਸੀਂ ਕਹਿੰਦੇ ਇਹ ਵੀ ਧਨ ਦੇ ਮੋਹ ਪਿਆਰ ਵਿੱਚ ਸੁੱਤਾ ਹੋਇਆ, ਮਾਇਆ ਧਾਰੀ ਹੈ, ਆ ਤੰਨਾ ਬੋਲਾ। ਇਹਨੇ ਨਹੀਂ ਸੁਣਨਾ ਹੈ ਕੁਛ, ਕਿਉਂਕਿ ਧਾਰਨਾ ਹੀ ਮਾਇਆ ਦੀ ਹੀ ਸੁੱਤਾ ਹੋਇਆ। ਅਤੇ ਬਾਹਰ ਜਿਹੜੇ ਸੁੱਤੇ ਹੋਏ ਹਨ ਇਹ ਤੁਹਾਨੂੰ ਦਿਖਦੇ ਹਨ, ਪਰ ਜਿਹੜਾ ਧਰਮ ਦੇ ਮੋਹ ਪਿਆਰ ਵਿੱਚ ਸੁੱਤਾ ਹੋਇਆ ਹੈ, ਸਿੱਖੀ ਸਿਧਾਂਤ ਦੇ ਮੋਹ ਪਿਆਰ ਵਿੱਚ ਸੁੱਤਾ ਹੋਇਆ, ਉਹ ਤੁਹਾਨੂੰ ਦਿਖਦਾ ਨਹੀਂ। ਇੱਕ ਸੰਸਾਰ ਦੇ ਮੋਹ ਦੇ ਨਾਲ ਸੁੱਤਾ ਹੋਇਆ ਹੈ,
ਸੰਸਾਰ ਵਿੱਚ ਸੁੱਤਾ ਹੋਇਆ ਹੈ, ਸੰਸਾਰਿਕ ਢੰਗ ਨਾਲ ਸੁੱਤਾ ਹੋਇਆ ਹੈ, ਉਹ ਤੁਹਾਨੂੰ ਦਿਖਦਾ ਹੈ। ਇੱਕ ਧਾਰਮਿਕ ਢੰਗ ਨਾਲ ਸੁੱਤਾ ਹੋਇਆ ਹੈ, ਉਹ ਨਹੀਂ ਦਿਖਦਾ। ਇਸੇ ਕਰਕੇ ਗਿਆ ਹੈ ਨਾ, ਮਨ ਕੇ ਅੰਧੇ ਨਹੀਂ ਦਿਖਦੇ, ਤੇ ਜ਼ਿਆਦਾ ਨੁਕਸਾਨ ਇਹੋ ਹੀ ਕਰਦੇ ਆ, ਕਿਉਂਕਿ ਇਹਨਾਂ ਨੂੰ ਸਿਧਾਂਤਾਂ ਦੇ ਨਾਲ ਮੋਹ ਹੁੰਦਾ ਹੈ ਤੇ ਦੂਸਰਿਆਂ ਨੂੰ ਇਹਨਾਂ ਸਿਧਾਂਤਾਂ ਦੇ ਨਾਲ ਜੋੜ ਰਹੇ ਹਨ, ਪਰ ਜਾਣਦੇ ਨਹੀਂ ਹਨ। ਸਿਰਫ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਕਿਉਂਕਿ ਮਨ ਸੁੱਤਾ ਹੋਇਆ ਹੈ ਨਾ, ਮਨ ਅੰਨਾ ਹੈ, ਮਨ ਸੰਸਾਰ ਵੱਲ ਨੂੰ ਜਾਗ ਰਿਹਾ ਹੈ, ਇਸ ਕਰਕੇ ਅੰਨਾ ਹੈ। ਉਲਟਾ ਕਮਲ ਹੈ ਨਾ, ਸੰਸਾਰ ਵੱਲ, ਮਨ ਸੰਸਾਰ ਵੱਲ ਨੂੰ ਜਾਣ ਰਿਹਾ, ਸੰਸਾਰ ਵੱਲ ਨੂੰ ਵਿਚਾਰਦਾ। ਇਸ ਕਰਕੇ ਸ਼ਾਸਤਰ ਵਿਚਾਰਨ ਵਾਲੇ ਜਿਹੜੇ ਹਨ ਉਹ ਬਾਹਰ ਸੋਚ ਰਹੇ ਹਨ, ਸੰਸਾਰ ਵਾਲੇ ਸੋਚ ਰਹੇ ਹਨ। ਸ਼ਾਸਤਰ ਸੰਸਾਰ 'ਚ ਹੀ ਹਨ। ਗਿਆਨ ਜਿਹੜਾ ਬਾਹਰੋਂ ਵਿਚਾਰ ਵਿਚਾਰ ਕੇ, ਸੋਚ ਸੋਚ ਕੇ, ਸਮਝ ਸਮਝ ਕੇ ਆ ਰਿਹਾ, ਉਹ ਤੇ ਬਾਹਰ ਦਾ ਹੈ। ਉਹਨੂੰ ਕਿਹਾ ਹੈ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਪ੍ਰੀਤ ਨਹੀਂ ਭਗਵਾਨ। ਉਹਨਾਂ ਨੂੰ ਪ੍ਰੀਤ ਥੋੜ੍ਹੀ, ਉਹਨਾਂ ਨੇ ਤਾਂ ਗਿਆਨ ਰੱਟ ਲਿਆ, ਸਮਝ ਲਿਆ, ਤੋ ਆਪਣੇ ਆਪ ਨੂੰ ਉੱਪਰਲੇ ਦਰਜੇ 'ਚ ਅਖਵਾਉਣ ਲੱਗ ਜਾਂਦੇ ਹਨ ਵੀ ਅਸੀਂ ਜਾਣਗੇ ਪਰਮਾਤਮਾ। ਪਰਮਾਤਮਾ ਬਾਰੇ ਜਾਣਕਾਰੀ ਬਹੁਤ ਹੈ, ਦੂਜਿਆਂ ਨੂੰ ਸਮਝਾ ਰਹੇ ਹਨ, ਪਰ ਜਾਣਦੇ ਨਹੀਂ। ਪਰ ਉਹ ਖਿਆਲ ਕਰ ਲੈਂਦੇ ਹਨ ਵੀ ਅਸੀਂ ਜਾਣ ਲਿਆ, ਪਤਾ ਲੱਗ ਗਿਆ ਵੀ ਆਹ ਨਿਰਗੁਣ ਸਰੂਪ ਪਰਮਾਤਮਾ ਹੈ, ਘਟ ਘਟ ਦੇ ਵਿੱਚ ਵਸਦਾ ਪਰਮਾਤਮਾ ਹੈ। ਸਮਝਾਉਂਦੇ ਵੀ ਹਨ ਬਹੁਤ ਚੰਗੀ ਤਰ੍ਹਾਂ। ਲੋਕ ਕਹਿੰਦੇ ਹਨ ਵੀ ਸ਼ਾਇਦ ਜਾਣਦੇ ਹੀ ਹੋਣ, ਕਿੱਡੀ ਵਧੀਆ ਸਮਝਾਉਂਦੇ ਆ, ਪਰ ਉਹ ਕਿਸੇ ਸਿਧਾਂਤ ਦੇ ਮੁਤਾਬਕ ਸਮਝਾ ਰਹੇ ਹਨ। ਅਤੇ ਜਿਹੜਾ ਕੋਈ ਵੀ ਕਿਸੇ ਸਿਧਾਂਤ ਦੇ ਮੁਤਾਬਕ ਸਮਝਾਉਂਦਾ ਹੈ ਨਾ, ਉਹ ਜਾਗਰਤ ਨਹੀਂ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ। ਜਾਗਰਤ ਪੁਰਸ਼ ਕਿਸੇ ਵੀ ਸਿਧਾਂਤ ਦੇ ਮੁਤਾਬਕ ਨਹੀਂ ਚੱਲੇਗਾ, ਉਹ ਸਭ ਸਿਧਾਂਤਾਂ ਨੂੰ ਤੋੜੇਗਾ। ਉਹ ਮਰਿਆਦਾ ਦੇ ਵਿੱਚ ਬੰਧਿਆ ਹੋਇਆ ਨਹੀਂ ਹੋਏਗਾ ਕਿਸੇ ਨਿਯਮ ਦੇ ਵਿੱਚ, ਕਿਉਂਕਿ ਉਹ ਜਾਗਦਾ ਹੋਇਆ ਹੈ। ਮਨ ਅੰਧੇ ਕਰਮ ਕਮਾਏ, ਜਿਹੜੇ ਕਰਮ ਕਮਾਉਣ ਵਾਲੇ ਹਨ ਸਿਧਾਂਤਾਂ ਦੇ ਮੁਤਾਬਕ, ਤੋ ਤੇ ਅੰਨੇ ਹਨ। ਜਿਤਨਾ ਦੇ ਸਿਧਾਂਤ ਹਨ ਕਿਸੇ ਦੇ, ਵੈਸੇ ਵੈਸੇ ਕਰਮ ਕਮਾ ਰਹੇ ਹਨ। ਜੋ ਸਿੱਖਾਂ ਨੂੰ ਦਾਹਤਾ ਸਿੱਖ ਕਮਾ ਰਹੇ ਹਨ, ਜੋ ਹਿੰਦੂਆਂ ਨੂੰ ਦਾਹਤਾ ਹਿੰਦੂ ਕਮਾ ਰਹੇ ਹਨ। ਉੱਦਾਂ ਹੀ ਕਥਾਵਾਚਕ ਪ੍ਰਚਾਰਕ ਕਰ ਰਹੇ ਹਨ, ਕਮਾ ਰਹੇ ਹਨ। ਅਤੇ ਐਸਾ ਨਹੀਂ ਹੈ, ਬਹੁਤ ਸਾਰੇ ਪ੍ਰਚਾਰਕ ਜਿਹੜੇ ਹਨ ਉਹ ਸਿਧਾਂਤ ਦੇ ਮੁਤਾਬਕ ਤਾਂ ਬਿਲਕੁਲ ਠੀਕ ਬੋਲਦੇ ਹਨ, ਪਰ ਉਹ ਮਾਇਆ ਮੋਹ 'ਚੋਂ ਕੱਢ ਨਹੀਂ ਸਕਦੇ ਹਨ, ਕਿਉਂਕਿ ਆਪ ਨਹੀਂ ਨਿਕਲੇ ਹਨ। ਸੁੱਤਾ ਹੋਇਆ ਮਨੁੱਖ ਸਵਾਵੇਗਾ ਹੀ, ਜਗਾਵੇਗਾ ਥੋੜ੍ਹੀ। ਅਤੇ ਜਿਹੜੇ ਸੰਸਾਰ ਵਿੱਚ ਸੁੱਤੇ ਹੋਏ ਹਨ, ਉਹ ਸੰਸਾਰ ਵਿੱਚ ਸਵਾਉਂਦੇ ਹਨ, ਸੰਸਾਰ ਨਾਲ ਜੁੜੇ ਹੋਏ ਹਨ, ਸੰਸਾਰ ਨਾਲ ਜੋੜਦੇ ਹਨ। ਉਹ ਕਹਿੰਦੇ ਹਨ ਬੱਚਿਆਂ ਦੀ ਚਿੰਤਾ ਕਰੋ, ਪਰਿਵਾਰ ਦੀ ਚਿੰਤਾ ਕਰੋ, ਕਾਰੋਬਾਰਾਂ ਦੀ ਕਰੋ, ਉਹ ਉੱਧਰ ਸਵਾਉਂਦੇ ਹਨ। ਜਿਹੜੇ ਧਾਰਮਿਕ ਜਗਤ ਦੇ ਵਿੱਚ ਸੁੱਤੇ ਹੋਏ ਹਨ, ਉਹ ਧਾਰਮਿਕ ਜਗਤ ਦੇ ਵਿੱਚ ਸਵਾਉਂਦੇ ਹਨ। ਉਹ ਧਾਰਮਿਕ ਧਾਰਨਾ ਦੇ ਨਾਲ ਜੋੜਨਗੇ, ਕਥਾ ਕਹਾਣੀਆਂ ਦੇ ਨਾਲ ਜੋੜਨਗੇ, ਸਿਧਾਂਤ ਦੇ ਨਾਲ ਜੋੜਨਗੇ, ਤਾਂ ਉਹ ਧਾਰਮਿਕ ਢੰਗ ਦੇ ਨਾਲ ਸਮਾਉਣਗੇ। ਫਿਰ ਖਿਆਲ ਵਿੱਚ ਰੱਖਣ ਯੋਗ ਹੈ, ਜਿਹੜਾ ਧਾਰਮਿਕ ਢੰਗ ਦੇ ਨਾਲ ਸੁੱਤਾ ਹੋਇਆ ਹੈ ਨਾ, ਉਹਨੂੰ ਜਗਾਉਣਾ ਔਖਾ ਹੈ। ਅਜੇ ਸੰਸਾਰ ਦੇ ਵਿੱਚ ਜਿਹੜੇ ਸੁੱਤੇ ਹੋਏ ਹਨ, ਉਹਨਾਂ ਨੂੰ ਜਗਾਉਣਾ ਸੁਖਾਲਾ ਹੈ, ਕਿਉਂਕਿ ਧਾਰਮਿਕ ਢੰਗ 'ਚ ਜਿਹੜਾ ਸੁੱਤਾ ਹੈ, ਉਹ ਸੁੱਤਾ ਜਾਣਦਾ ਹੀ ਨਹੀਂ ਆਪਣੇ ਆਪ ਨੂੰ। ਉਹ ਤਾਂ ਕਹਿੰਦਾ ਹੈ ਮੈਂ ਗਿਆਨਵਾਨ ਹਾਂ, ਮੈਨੂੰ ਪਤਾ ਹੀ ਹੈ ਸਾਰਾ, ਮੈਂ ਤਾਂ ਜਾਣਦਾ ਹੀ ਹਾਂ। ਤਾਂ ਉਹਨੇ ਸਾਰੀ ਜਾਣਕਾਰੀ ਹਾਸਲ ਕਰ ਲਈ, ਸਮਝ ਲੈ, ਸਾਰਾ ਸ਼ਾਸਤਰ ਪੜ੍ਹ ਲਏ, ਗਿਆਨ ਹੋ ਗਿਆ। ਹੁਣ ਉਹ ਗਿਆਨ ਗਾਂਹ ਵੰਡ ਰਿਹਾ। ਅਤੇ ਐਸੇ ਜਿਹੜੇ ਮਨੁੱਖ ਹਨ, ਮਨ ਕਰਕੇ ਸੁੱਤੇ ਹੋਏ ਹਨ, ਮਨ ਕਰਕੇ ਅੰਨੇ ਹਨ, ਉਹ ਤੁਹਾਡੀ ਸਿਆਣ ਵਿੱਚ ਨਹੀਂ ਆਉਂਦੇ। ਜਿਹੜੇ ਅਸਲ ਖਰ ਹਨ, ਬਿਨ ਗੁਣ ਗਰਭ ਕਰੰਤ, ਉਹ ਉਸ ਖਿਆਲ ਵਿੱਚ ਆ ਜਾਂਦੇ ਹਨ। ਅਤੇ ਜਿਹੜੇ ਗੁਣਾਂ ਵਾਲੇ ਹਨ, ਗੁਣ ਤਾਂ ਹੈ ਉਹਨਾਂ ਦੇ ਅੰਦਰ,
ਵਿਚਾਰਕ ਹਨ। ਉਹਨਾਂ ਨੇ ਵਿਚਾਰ ਕੇ ਗਿਆਨ ਬਹੁਤ ਇਕੱਠਾ ਕੀਤਾ ਹੈ। ਬੋਲਣ ਦਾ ਵੀ ਗੁਣ ਹੈ, ਅੱਖਰੀ ਵੀ ਗਿਆਨ ਹੈ, ਸਮਝ ਹੈ, ਅੱਖਰ ਵੀ ਬਹੁਤ ਢੰਗ ਨਾਲ ਬੋਲ ਰਹੇ ਹਨ। ਪਰ ਇਹ ਮਨ ਦੇ ਅੰਨੇ ਹਨ ਅਤੇ ਇਹਨਾਂ ਨੂੰ ਪਤਾ ਨਹੀਂ ਹੈ ਵਾਸਤਵਿਕ ਦੇ ਵਿੱਚ ਜੋ ਕਹਿ ਰਹੇ ਹਨ, ਇਹਨਾਂ ਨੇ ਜਾਣਿਆ ਨਹੀਂ। ਇੱਕ ਕਹੇ ਜਾਣੇ ਕਹਿਆ ਬੂਝੇ ਤੇ ਨਰ ਸੁਗੜ ਸਰੂਪ। ਕਹਿੰਦੇ ਹਨ ਉਹ ਸਿਆਣੇ ਹਨ, ਸਮਝਦਾਰ ਹਨ, ਜਿਹੜੇ ਸਿਰਫ ਪੜ੍ਹ ਸੁਣ ਕੇ ਨਹੀਂ ਕਹਿ ਰਹੇ ਹਨ। ਕਹਿਆ ਜਾਣੇ, ਪਹਿਲਾਂ ਜਾਣਦੇ ਹਨ, ਫਿਰ ਉਹਨੂੰ ਬੁੱਝਦੇ ਹਨ। ਜਾਣਕਾਰੀ ਬੁੱਧੀ ਦੁਆਰਾ ਹੁੰਦੀ ਹੈ, ਬੁੱਝਣਾ ਜਿਹੜਾ ਹੈ ਨਾ ਉਹ ਬੁੱਧੀ ਤੋਂ ਪਾਰ ਜਾ ਕੇ ਹੁੰਦਾ ਹੈ। ਤਦੇ ਕਿਹਾ ਹੈ ਨਾਨਕ ਹੁਕਮੇ ਜੇ ਬੁੱਝੈ। ਜਿਹੜਾ ਬੁੱਝ ਲੈਂਦਾ ਹੈ, ਜਿਹੜਾ ਜਾਣ ਲੈਂਦਾ ਹੈ ਉਹ ਨਹੀਂ, ਜਿਹੜਾ ਬੁੱਝ ਲੈਂਦਾ ਹੈ। ਖਿਆਲ ਵਿੱਚ ਰੱਖੋ, ਨਾਨਕ ਹੁਕਮੇ ਜੇ ਬੁੱਝੇ, ਅਤੇ ਬੁੱਝਿਆ ਜਾਂਦਾ ਹੈ ਅਮਲ ਕਰਕੇ। ਹਉਮੈ ਕਹੇ ਨਾ ਕੋਈ। ਉਹ ਹੈ ਸਮਝਦਾਰ ਸਿਆਣਾ ਮਨੁੱਖ, ਕਿਉਂਕਿ ਉਹ ਬੁੱਝਦਾ ਹੈ, ਬੁੱਝ ਕੇ ਚੱਲਣ ਵਾਲਾ। ਫਿਰ ਉਹ ਚੱਲਣ ਲੱਗ ਜਾਂਦਾ ਹੈ ਵਾਸਤਵਿਕ ਆਪਣੇ ਮੂਲ ਸਰੋਤ ਵੱਲ ਨੂੰ। ਪੜ੍ਹੀਏ ਨਾਹੀ ਭੇਦ ਬੂਝੀਏ ਪਾਵਨ।